ਸਿਕੰਦਰ ਅਤੇ ਪੋਰਸ ਬਾਰੇ ਕੁਝ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਇਤਿਹਾਸ 'ਚ ਸਿਕੰਦਰ ਨੂੰ ਇੱਕ ਬਹੁਤ ਚਰਚਿਤ ਸਮਰਾਟ ਅਤੇ ਜੇਤੂ ਸੈਨਾਪਤੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ਜਿਸ ਨੇ ਆਪਣੀ ਛੋਟੀ ਜਿਹੀ ਉਮਰ 'ਚ 21 ਵਰ੍ਹੇ ਦੀ ਉਮਰ ਤੋਂ ਲੈ ਕੇ ਤਕਰੀਬਨ 37 ਵਰ੍ਹੇ ਦੀ ਉਮਰ ਤੱਕ ਉਸ ਵੇਲੇ ਦੀ ਦੁਨੀਆ ਦੇ ਬਹੁਤ ਸਾਰੇ ਖੇਤਰ ਨੂੰ ਆਪਣੀ ਤਲਵਾਰ ਅਤੇ ਯੁੱਧ ਨੀਤੀ ਦੇ ਜ਼ੋਰ ਨਾਲ ਜਿੱਤਿਆ ਸੀ। ਉਸ ਦਾ ਆਖਰੀ ਹਮਲਾ ਪੰਜਾਬ ਉੱਤੇ ਹੋਇਆ ਸੀ, ਜਿਸ ਨੂੰ ਉਸ ਵੇਲੇ ਸਪਤ ਸਿੰਧੂ ਜਾਂ ਉੱਤਰਾਪਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਤਿਹਾਸ 'ਚ ਇਹ ਵੀ ਲਿਖਿਆ ਮਿਲਦਾ ਹੈ, ਇਸ ਨੇ ਚਨਾਬ ਅਤੇ ਜੇਹਲਮ ਨਦੀਆਂ ਵਿਚਕਾਰਲੇ ਖੇਤਰ ਦੇ ਰਾਜਾ ਪੋਰਸ ਪਰੂਵਰਸ਼ ਨੂੰ ਹਰਾਇਆ ਅਤੇ ਉਸ ਤੋਂ ਬਾਅਦ ਬਿਆਸ ਨਦੀ ਤੱਕ ਪਹੁੰਚਿਆ, ਜਿਸ ਤੋਂ ਅੱਗੇ ਵਧਣ ਲਈ ਉਸ ਦੀਆਂ ਫੌਜਾਂ ਨੇ ਇਨਕਾਰ ਕਰ ਦਿੱਤਾ। ਰਾਜਾ ਪੋਰਸ ਨਾਲ ਯੁੱਧ ਅਤੇ ਵਾਪਸ ਪਰਤਣ ਦੇ ਸਮੇਂ ਵਿਚਕਾਰ ਉਸ ਦੀਆਂ ਬਹੁਤ ਸਾਰੀਆਂ ਲੜਾਈਆਂ ਚਨਾਬ ਅਤੇ ਰਾਵੀ ਬਿਆਸ ਦਰਿਆ ਵਿਚਕਾਰ ਵਸਦੀਆਂ ਕੁਝ ਲੜਾਕੂ ਜਾਤੀਆਂ ਨਾਲ ਹੋਈਆਂ, ਜਿਸ ਬਾਰੇ ਇਤਿਹਾਸ ਜਾਂ ਤੇ ਖਾਮੋਸ਼ ਹੈ ਜਾਂ ਇੱਕ ਪਾਸੜਾ ਅਤੇ ਉਲਝਾਉਣ ਵਾਲਾ ਹੈ। ਇਤਿਹਾਸ ਦੇ ਵਰਕਿਆਂ ਤੇ ਇਹਨਾਂ ਕੱਠ ਕਸ਼ੂਦਰਕ ਅਤੇ ਜਨਪਦਾਂ ਨਾਲ ਯੁੱਧਾਂ 'ਚ ਕਿਤੇ ਇਹਨਾਂ ਜਨਪਦਾਂ ਦੀ ਬਹਾਦਰੀ ਦੇ ਨਾਲ ਸਿਕੰਦਰ ਦੀ ਬੇਮਿਸਾਲ ਦਲੇਰੀ, ਨਿਡਰਤਾ ਅਤੇ ਜਿੱਤਾਂ ਦਾ ਵਰਣਨ ਵੀ ਮਿਲਦਾ ਹੈ। ਪਰ ਕੀ ਸੱਚਾਈ ਇਹੀ ਹੈ ਜੋ ਸਾਨੂੰ ਇਤਿਹਾਸ 'ਚ ਲਿਖਿਆ ਮਿਲਦਾ ਹੈ? ਇੱਕ ਸੱਚਾਈ ਇਹ ਵੀ ਹੈ ਕਿ ਹਰ ਚੋਰ ਲੁਟੇਰਾ ਹਥਿਆਰਾ ਜਦੋਂ ਕਾਮਯਾਬ ਹੋ ਜਾਏ ਤਾਂ ਬਾਦਸ਼ਾਹ ਸਮਰਾਟ ਕਹਾਉਂਦਾ ਹੈ। ਜੋ ਜਿੱਤ ਗਿਆ ਉਹ ਸੋਨਾ, ਜੋ ਹਾਰ ਗਿਆ ਉਹ ਮਿੱਟੀ। ਕੀ ਇਹ ਵੀ ਸੱਚ ਨਹੀਂ ਕਿ ਹਰ ਜੇਤੂ ਸਮਰਾਟ ਦੇ ਸਮਕਾਲੀ ਇਤਿਹਾਸਕਾਰ ਜੇ ਹਮੇਸ਼ਾ ਨਹੀਂ ਤਾਂ ਆਮ ਕਰਕੇ ਉਸ ਦੀਆਂ ਜਿੱਤਾਂ ਅਤੇ ਗੁਣਾਂ ਦਾ ਹੀ ਵਰਣਨ ਕਰਦੇ ਹਨ, ਉਸ ਦੀਆਂ ਕਮਜ਼ੋਰੀਆਂ ਅਤੇ ਹਾਰਾਂ ਦਾ ਨਹੀਂ। ਉਹਨਾਂ ਪੁਸਤਕਾਂ 'ਚ ਲਿਖੀਆਂ ਉਸ ਦੀਆਂ ਇਹਨਾਂ ਜਿੱਤਾਂ ਗੁਣਾਂ 'ਚ ਕਿੰਨਾ ਕੁ ਸੱਚ ਹੁੰਦਾ ਹੈ ਅਤੇ ਕਿੰਨਾ ਕੁ ਝੂਠ, ਇਹ ਵੀ ਇੱਕ ਸੋਚਣ ਅਤੇ ਖੋਜ ਕਰਨ ਦਾ ਵਿਸ਼ਾ ਹੈ। ਆਮ ਧਾਰਨਾ ਦੇ ਵਿਰੋਧ ਵਿੱਚ ਸਿਕੰਦਰ ਖਾਲਸ ਯੂਨਾਨੀ ਨਹੀਂ ਸੀ। ਇਸ ਦਾ ਪਿਤਾ ਫਿਲਿਪ ਮਕਦੂਨੀਆ ਨਾਮ ਦੀ ਇੱਕ ਛੋਟੀ ਜਿਹੀ ਰਿਆਸਤ ਦਾ ਰਾਜਾ ਸੀ, ਜੋ ਯੂਨਾਨ ਦੇ ਠੀਕ ਉੱਤਰ ਵਿੱਚ ਸੀ। ਪਰ ਉਹ ਲੋਕ ਯੂਨਾਨੀਆਂ ਦੀ ਸੱਭਿਅਤਾ ਨਾਲ ਕਾਫੀ ਸਮਾਨਤਾ ਰੱਖਦੇ ਸਨ। ਕਿਹਾ ਜਾਂਦਾ ਹੈ ਕਿ ਸਿਕੰਦਰ ਦੀ ਚਲਾਕ ਅਤੇ ਬਦ ਚੱਲਣ ਮਾਂ ਨੇ ਆਪਣੇ ਪਤੀ ਫਿਲਿਪ ਦਾ ਕਤਲ ਕਰਵਾ ਦਿੱਤਾ ਸੀ। ਫਿਲਿਪ ਆਪ ਵੀ ਇੱਕ ਸਮਰੱਥ ਸੈਨਾਪਤੀ ਸੀ ਅਤੇ ਉਸ ਨੇ 338 ਪੂਰਵ ਈਸਵੀ ਤੱਕ ਯੂਨਾਨ ਦੀਆਂ ਬਾਕੀ ਦੀਆਂ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਜਿੱਤ ਕੇ ਆਪਣੇ ਅਧਿਕਾਰ 'ਚ ਲਿਆ ਹੋਇਆ ਸੀ। ਫਿਲਿਪ ਦੀ ਮੌਤ ਦੇ 4 ਵਰ੍ਹੇ ਬਾਅਦ ਫਿਲਿਪ ਦੇ 21 ਵਰ੍ਹਿਆਂ ਦੇ ਪੁੱਤਰ ਸਿਕੰਦਰ ਨੇ ਫਾਰਸ, ਈਰਾਨ ਦੀਆਂ ਉਹਨਾਂ ਸ਼ਕਤੀਸ਼ਾਲੀ ਫੌਜਾਂ ਨੂੰ ਸ਼ਿਕਸਤ ਦਿੱਤੀ ਜੋ ਯੂਨਾਨੀਆਂ ਨੂੰ ਕਈ ਵਰ੍ਹਿਆਂ ਤੋਂ ਆਪਣੇ ਹਮਲਿਆਂ ਨਾਲ ਪਰੇਸ਼ਾਨ ਕਰਦੇ ਆਏ ਸਨ। ਇਸ ਤੋਂ ਬਾਅਦ ਸਿਕੰਦਰ ਨੇ ਅੱਜ ਕੱਲ੍ਹ ਦੇ ਇਸਲਾਮੀ ਖੇਤਰ ਦੇ ਅਨੇਕਾਂ ਰਾਜਾਂ ਮਿਸਰ, ਤੁਰਕੀ, ਸੀਰੀਆ, ਲੈਬਨਾਨ ਆਦਿ ਤੇ ਆਪਣਾ ਕਬਜ਼ਾ ਕਰਨ ਤੋਂ ਬਾਅਦ ਬਖਤਾਰੀਆ, ਅੱਜ ਦੇ ਸਮਰਕੰਦ, ਬਲਖ ਬੁਖਾਰਾ ਦਾ ਖੇਤਰ ਦੇ ਰਾਜਾਂ ਨੂੰ ਹਰਾ ਕੇ ਉਸ ਦੀ ਧੀ ਰੁਖਸਾਨਾ ਨਾਲ ਵਿਆਹ ਕਰਾਇਆ। ਫਿਰ ਉਹ ਅਫਗਾਨਿਸਤਾਨ 'ਚ ਵਸਦੇ ਕਬੀਲਿਆਂ ਨਾਲ ਲੜਦਾ ਉਹਨਾਂ ਨੂੰ ਹਰਾਉਂਦਾ ਹੋਇਆ ਕੰਧਾਰ ਆ ਪੁੱਜਿਆ, ਜਿੱਥੋਂ ਦੇ ਰਾਜਾ ਅੰਬੀ ਨੇ ਉਸ ਨਾਲ ਸੁਲ੍ਹਾ ਕਰ ਲਈ। ਇਸ ਤੋਂ ਬਾਅਦ ਦੀਆਂ ਕੁਝ ਗਤੀਵਿਧੀਆਂ, ਖਾਸ ਕਰਕੇ ਸਿਕੰਦਰ ਪੋਰਸ ਦੇ ਯੁੱਧ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ, ਜਿਸ ਦਾ ਸਰੋਤ ਫਿਲਮਾਂ, ਇਤਿਹਾਸ, ਮਿਥਿਹਾਸ ਜਾਂ ਦੰਤ ਕਥਾਵਾਂ ਹਨ। ਪਰ ਅਸਲੀਅਤ ਕੀ ਹੈ? ਸਿਕੰਦਰ ਬਾਦਸ਼ਾਹ ਸੀ ਜਾਂ ਲੁਟੇਰਾ? ਜਿੱਤਿਆ ਜਾਂ ਹਾਰਿਆ? ਦੇਵਤਾ ਸੀ ਜਾਂ ਸ਼ੈਤਾਨ? ਸਿਕੰਦਰ ਬਾਰੇ ਜੋ ਕੁਝ ਵੀ ਲਿਖਿਆ ਮਿਲਦਾ ਹੈ ਉਹ ਜਾਂ ਤੇ ਯੂਨਾਨੀ ਇਤਿਹਾਸਕਾਰਾਂ ਦੁਆਰਾ ਲਿਖਿਆ ਮਿਲਦਾ ਹੈ ਅਤੇ ਜਾਂ ਫਿਰ ਯੂਰਪ ਦੇ ਦੂਜੇ ਇਤਿਹਾਸਕਾਰਾਂ ਦੁਆਰਾ। ਇਹ ਇਤਿਹਾਸਕਾਰ ਜਦ ਇਸ ਨੂੰ ਇੱਕ ਦੈਵੀ ਸ਼ਕਤੀ ਵਾਲਾ ਮਹਾਨਾਇਕ ਦੀ ਧਾਰਨਾ ਮਨ ਵਿੱਚ ਲੈ ਕੇ ਅਤੇ ਸ਼ਰਧਾ ਭਾਵਨਾ ਨਾਲ ਲਿਖਦੇ ਹਨ ਤਾਂ ਉਹਨਾਂ ਨੂੰ ਸਿਕੰਦਰ ਦਾ ਸਕਾਰਾਤਮਕ ਪੱਖ ਹੀ ਨਜ਼ਰ ਆਉਂਦਾ ਹੈ। ਇਹੀ ਪੱਛਮੀ ਇਤਿਹਾਸਕਾਰ ਜਿਸ ਵੇਲੇ ਉਸ ਦੇ ਨਾਮ ਨਾਲ ਇੱਕ ਮਹਾਨ ਯੋਧਾ, ਸੰਸਾਰ ਜੇਤੂ ਆਦਿ ਦੇ ਵਿਸ਼ਲੇਸ਼ਣ ਜੋੜਦੇ ਹਨ, ਉਸੇ ਵੇਲੇ ਇਹੀ ਇਤਿਹਾਸਕਾਰ
ਚੰਗੇਜ਼ ਖਾਨ ਜਾਂ ਤੈਮੂਰ ਲੰਗ ਨੂੰ ਨਿਰਦਈ, ਬੇਰਹਿਮ ਅਤੇ ਸਤਿਆਨਾਸੀ ਹਥਿਆਰਾ ਬਣਾ ਦਿੰਦੇ ਹਨ। ਸਿਕੰਦਰ ਦੇ ਯੁੱਧ ਅਭਿਆਨ ਉੱਤੇ ਜੇ ਘੋਖ ਵੀ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਨੇ ਵੀ ਚੰਗੇਜ਼ ਖਾਨ ਅਤੇ ਤੈਮੂਰ ਲੰਗ ਵਾਂਗ ਹਜ਼ਾਰਾਂ ਲੱਖਾਂ ਬੇਗੁਨਾਹਾਂ ਦਾ ਕਤਲ ਅਤੇ ਅਨੇਕਾਂ ਸ਼ਹਿਰਾਂ ਨੂੰ ਸਾੜ ਕੇ ਸੁਆਹ ਕੀਤਾ ਸੀ। ਫਰਕ ਇਹਨਾਂ ਹੈ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਆਪਣੇ ਚਿਹਰੇ ਤੇ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਮਖੌਟਾ ਲਾਉਣ 'ਚ ਕਾਮਯਾਬ ਹੋ ਜਾਂਦਾ ਸੀ, ਅਤੇ ਜਿਸ ਵਿੱਚ ਹਰ ਸਮੇਂ ਦੇ ਯੂਰਪੀ ਇਤਿਹਾਸਕਾਰ ਆਪਣਾ ਯੋਗਦਾਨ ਦਿੰਦੇ ਰਹੇ ਹਨ। ਜੇ ਲੜਾਈਆਂ 'ਚ ਜਿੱਤਾਂ ਅਤੇ ਧਰਤੀ ਦੇ ਖੇਤਰਫਲ ਤੇ ਅਧਿਕਾਰ ਜਮਾਉਣ ਦਾ ਅਨੁਮਾਨ ਲਾਇਆ ਜਾਵੇ ਤਾਂ ਉਹਨਾਂ ਦੋਹਾਂ ਤੈਮੂਰ ਅਤੇ ਚੰਗੇਜ਼ ਖਾਨ ਨੇ ਸਿਕੰਦਰ ਤੋਂ ਕਿਤੇ ਵੱਧ ਧਰਤੀ ਦਾ ਹਿੱਸਾ ਜਿੱਤਿਆ ਹੀ ਨਹੀਂ, ਬਲਕਿ ਸਦੀਆਂ ਪੁਸ਼ਤਾਂ ਤੱਕ ਉਹਨਾਂ ਤੇ ਰਾਜ ਕਰਦੇ ਰਹੇ। ਜਦ ਕਿ ਸਿਕੰਦਰ ਦੇ ਅੱਖਾਂ ਮੀਟਦੇ ਹੀ ਉਸ ਦੁਆਰਾ ਬਹੁਤ ਸਾਰਾ ਜਿੱਤਿਆ ਖੇਤਰ ਸੁਤੰਤਰ ਹੋ ਗਿਆ। ਸਿਕੰਦਰ ਦਾ ਇਤਿਹਾਸ ਲਿਖਣ ਵਾਲੇ ਮੁੱਖ ਇਤਿਹਾਸਕਾਰ ਚਾਰ ਹਨ। ਨੰਬਰ 1 ਆਰੀਅਨ, ਨੰਬਰ 2 ਕਰਟਿਅਸ, ਨੰਬਰ 3 ਪਲੂਟਾਰਚ, ਨੰਬਰ 4 ਜਸਟਿਨਸ। ਇਹਨਾਂ ਚਾਰਾਂ ਤੋਂ ਕੋਈ ਵੀ ਸਿਕੰਦਰ ਦਾ ਸਮਕਾਲੀ ਨਹੀਂ ਸੀ। ਕਰਟਿਅਸ ਨੇ ਸਿਕੰਦਰ ਦੇ ਮਰਨ ਤੋਂ 300 ਸਾਲ ਬਾਅਦ, ਆਰੀਅਨ ਨੇ 400 ਸਾਲ, ਪਲੂਟਾਰਚ ਨੇ 350 ਅਤੇ ਜਸਟਿਨਸ ਨੇ ਤਕਰੀਬਨ 700 ਸਾਲ ਬਾਅਦ ਸਿਕੰਦਰ ਦਾ ਇਤਿਹਾਸ ਕਲਮਬੰਦ ਕੀਤਾ। ਇਹਨਾਂ ਚੋਂ ਸਿਰਫ ਕਰਟਿਅਸ ਗੈਰ ਯੂਨਾਨੀ ਸੀ। ਇਹਨਾਂ ਸਾਰਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਕੰਦਰ ਦੇ ਸਮਕਾਲੀ ਇਤਿਹਾਸਕਾਰਾਂ ਅਤੇ ਸਿਕੰਦਰ ਦੇ ਆਪਣੇ ਲਿਖੇ ਖਤਾਂ ਨੂੰ ਆਧਾਰ ਬਣਾ ਕੇ ਇਹ ਇਤਿਹਾਸ ਲਿਖਿਆ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਹਨਾਂ ਦੁਆਰਾ ਲਿਖੀਆਂ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦਾ ਵਰਣਨ ਆਪਸ ਵਿੱਚ ਬਿਲਕੁਲ ਮੇਲ ਨਹੀਂ ਖਾਂਦਾ। ਅੱਜ ਦੇ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਇਤਿਹਾਸਕਾਰ ਇਸ ਝੂਠ ਦਾ ਸਹਾਰਾ ਲੈ ਕੇ ਆਪਣੀ ਲਿਖਤ ਦੇ ਪ੍ਰਮਾਣਿਕ ਹੋਣ ਦਾ ਦਾਅਵਾ ਕਰਦੇ ਹਨ। ਕਈ ਵਾਰੀ ਤੇ ਇਹ ਝੂਠ ਇਸ ਤਰ੍ਹਾਂ ਪ੍ਰਤੱਖ ਨਜ਼ਰ ਆਉਣ ਲੱਗਦਾ ਹੈ ਕਿ ਇਹ ਇਤਿਹਾਸ ਘੱਟ ਅਤੇ ਪਰੀ ਕਥਾ ਜ਼ਿਆਦਾ ਲੱਗਣ ਲੱਗਦੀ ਹੈ। ਕਿਸੇ ਸਿਆਣੇ ਨੇ ਸੱਚ ਕਿਹਾ ਹੈ ਕਿ ਇਤਿਹਾਸ ਲਿਖਣ ਵਾਲੇ ਬਹੁਤ ਕਰਕੇ ਤਿੱਖੀ ਸੂਝ ਅਤੇ ਕਲਪਨਾ ਸ਼ਕਤੀ ਵਾਲੇ ਉਪਨਿਆਸਕਾਰ ਹੁੰਦੇ ਹਨ। ਮਿਸਾਲ ਦੇ ਤੌਰ ਤੇ ਜਸਟਿਨਸ ਇੱਕ ਥਾਂ ਲਿਖਦਾ ਹੈ, ਜਦੋਂ ਸਿਕੰਦਰ ਛਾਲ ਮਾਰ ਕੇ ਮੱਲਾਂ ਦੇ ਕਿਲੇ 'ਚ ਇਕੱਲਾ ਜਾ ਵੜਿਆ ਤਾਂ ਹਜ਼ਾਰਾਂ ਮੱਲ ਯੋਧਿਆਂ ਨੇ ਉਸ ਨੂੰ ਆਣ ਘੇਰਿਆ, ਪਰ ਉਸ ਨੇ ਇਕੱਲਿਆਂ ਹੀ ਹਜ਼ਾਰਾਂ ਨੂੰ ਆਪਣੀ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਅੱਗੇ ਇੱਕ ਥਾਵੇਂ ਉਹ ਲਿਖਦਾ ਹੈ ਕਿ ਜਦੋਂ ਸਿਕੰਦਰ ਦਾ ਮਤਰੇਆ ਭਰਾ ਪਟੋਲੇਮੀ ਮੱਲਾ ਦੇ ਜ਼ਹਿਰੀਲੇ ਤੀਰਾਂ ਨਾਲ ਜ਼ਖਮੀ ਹੋ ਗਿਆ ਤਾਂ ਸੁਪਨੇ ਵਿੱਚ ਸਿਕੰਦਰ ਨੂੰ ਉਸ ਜ਼ਹਿਰ ਦੇ ਤੋੜ ਦਾ ਪਤਾ ਲੱਗਾ। ਪਹਿਲੇ ਬਿਆਨ 'ਚ ਅਮਰੀਕੀ ਫਿਲਮ ਰੈਂਬੋ ਦਾ ਝੌਲਾ ਪੈਂਦਾ ਹੈ ਅਤੇ ਦੂਜੇ 'ਚ ਹਿੰਦੁਸਤਾਨੀ ਫਿਲਮਾਂ ਦਾ। ਸਿਕੰਦਰ 'ਚ ਆਪਣੀਆਂ ਹਾਰਾਂ ਨੂੰ ਜਿੱਤਾਂ ਬਣਾ ਕੇ ਲਿਖਵਾਉਣ ਦੀ ਰੁਚੀ ਵੀ ਸੀ। ਹਿਸਟਰੀ ਆਫ ਪੰਜਾਬ 'ਚ HR ਗੁਪਤਾ ਉਦਾਹਰਨ ਦੇ ਕੇ ਲਿਖਦਾ ਹੈ ਕਿ ਕਿਸ ਤਰ੍ਹਾਂ ਮਕਰਾਨ ਦੇ ਸਮੁੰਦਰੀ ਤੱਟ ਦੇ ਲੜਾਈ 'ਚ ਸਿਕੰਦਰ ਦੀ ਯੂਨਾਨੀ ਸੈਨਾ ਨੂੰ ਬੁਰੀ ਤਰ੍ਹਾਂ ਹਾਰ ਖਾ ਕੇ ਪਿੱਛੇ ਹਟਣਾ ਪਿਆ, ਪਰ ਸਿਕੰਦਰ ਦੇ ਹੁਕਮ ਤੇ ਲਿਊਨੇਟਸ ਨਾਮ ਦੇ ਇਤਿਹਾਸਕਾਰ ਨੇ ਇਸ ਹਾਰ ਨੂੰ ਜਿੱਤ 'ਚ ਤਬਦੀਲ ਕਰਦਿਆਂ ਲਿਖਿਆ ਕਿ ਉਸ ਯੁੱਧ 'ਚ 15 ਯੂਨਾਨੀ ਅਤੇ ਦੁਸ਼ਮਣ ਦੇ 6000 ਸੈਨਿਕ ਮਾਰੇ ਗਏ। ਸਿਕੰਦਰ ਅਤੇ ਰਾਜਾ ਪੋਰਸ ਦੀ ਲੜਾਈ ਬਾਰੇ ਇੱਕ ਯਹੂਦੀ ਇਤਿਹਾਸਕਾਰ ਜੋਸਫ ਬੈਨ ਗੋਰੀਅਨ ਲਿਖਦਾ ਹੈ ਕਿ ਪੋਰਸ ਅਤੇ ਸਿਕੰਦਰ ਵਿਚਕਾਰ ਯੁੱਧ ਕਾਫੀ ਲੰਬਾ ਸਮਾਂ ਚੱਲਦਾ ਗਿਆ ਅਤੇ ਸਿਕੰਦਰ ਦੇ ਹਜ਼ਾਰਾਂ ਸੈਨਿਕ ਮਾਰੇ ਗਏ। ਜੋ ਬਚੇ ਉਹਨਾਂ ਨੇ ਆਪਸ 'ਚ ਸੁਲਾਹ ਮਸ਼ਵਰਾ ਕੀਤਾ ਅਤੇ ਕਈ ਇਹ ਵੀ ਕਹਿਣ ਲੱਗੇ ਯੁੱਧ ਦਾ ਅੰਤ ਕਰਨ ਲਈ ਸਿਕੰਦਰ ਨੂੰ ਫੜ ਕੇ ਰਾਜਾ ਪੋਰਸ ਦੇ ਹਵਾਲੇ ਕਰ ਦਿੱਤਾ ਜਾਵੇ। ਇੱਕ ਇਥੋਪੀਅਨ ਇਤਿਹਾਸਕਾਰ ਅਨੁਸਾਰ ਪੋਰਸ ਸਿਕੰਦਰ ਯੁੱਧ 'ਚ ਯੂਨਾਨੀਆਂ ਦੇ ਹਜ਼ਾਰਾਂ ਘੋੜੇ ਮਾਰੇ ਗਏ ਅਤੇ ਉਹਨਾਂ ਦੇ ਸਿਪਾਹੀਆਂ ਨੇ ਮਰੇ ਹੋਏ ਸਾਥੀਆਂ ਅਤੇ ਘੋੜਿਆਂ ਵੱਲ ਵੇਖ ਕੇ ਕੁੱਤਿਆਂ ਵਾਂਗ ਚਾਂਗਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰੋਦਸੀ ਵੀ ਆਪਣੇ ਸ਼ਾਹਨਾਮੇ 'ਚ ਯੂਨਾਨੀਆਂ ਦੀ ਫੌਜ ਦੀ ਤਬਾਹੀ ਦਾ ਬਿਆਨ ਕਰਦਿਆਂ ਲਿਖਦਾ ਹੈ ਕਿ ਸਿਕੰਦਰ ਨੇ ਆਪ ਯੁੱਧਬੰਦੀ ਦੀ ਇਲਤਜਾ ਕੀਤੀ ਅਤੇ ਕਾਂਥਨਸ ਨਾਮ ਦੇ ਆਦਮੀ ਨੂੰ
ਸੁਲ੍ਹਾ ਦੀ ਪੇਸ਼ਕਸ਼ ਦੇ ਕੇ ਪੋਰਸ ਕੋਲ ਭੇਜਿਆ। ਅਜੋਕੀ ਇਤਿਹਾਸਕਾਰ ਖੋਜ ਬੁੱਧੀ ਪ੍ਰਕਾਸ਼, ਫੌਜਾ ਸਿੰਘ ਅਤੇ LM ਜੋਸ਼ੀ ਵਰਗੇ ਉੱਘੇ ਇਤਿਹਾਸਕਾਰਾਂ ਨੇ ਡੂੰਘੀ ਛਾਣਬੀਣ ਤੋਂ ਬਾਅਦ ਉਸ ਸਮੇਂ ਦੇ ਕੁਝ ਨਵੇਂ ਤੱਥ ਵੀ ਪਾਠਕਾਂ ਦੇ ਸਾਹਮਣੇ ਲਿਆਂਦੇ ਹਨ। ਪ੍ਰੋਫੈਸਰ ਫਰੀਮੈਨ ਆਪਣੀ ਪੁਸਤਕ ਹਿਸਟੋਰੀਕਲ ਐਸੈਸ 'ਚ ਸਿਕੰਦਰ ਬਾਰੇ ਲਿਖਦਾ ਹੈ, ਡਿਊਡਸ ਸਾਡੇ ਅਨੁਮਾਨ ਅਨੁਸਾਰ ਇਮਾਨਦਾਰ ਹੈ, ਪਰ ਨਾਲ ਹੀ ਨਾਲ ਅਪਾਰ ਮੂਰਖ। ਪਲੂਟਾਰਚ, ਜਿਵੇਂ ਕਿ ਉਹ ਆਪ ਕਹਿੰਦਾ ਹੈ ਕਿ ਉਹ ਇਤਿਹਾਸ ਨਹੀਂ ਲਿਖ ਰਿਹਾ ਬਲਕਿ ਜੀਵਨੀ ਲਿਖ ਰਿਹਾ ਹੈ ਅਤੇ ਉਸ ਦਾ ਉਦੇਸ਼ ਹਕਾਇਤਾਂ ਅਤੇ ਕੁਝ ਹਿੱਸੇ ਕਹਾਣੀਆਂ ਇਕੱਠੇ ਕਰਨਾ ਹੈ ਜੋ ਕਿਸੇ ਸਿੱਖਿਆ ਅਤੇ ਨੈਤਿਕਤਾ ਵੱਲ ਸੰਕੇਤ ਕਰਦੇ ਹੋਣ। ਜਸਟਿਨਸ ਇੱਕ ਮੋਟੀ ਅਕਲ ਵਾਲਾ ਕਮਜ਼ੋਰ ਅਤੇ ਗੈਰ ਜ਼ਿੰਮੇਵਾਰ ਤੱਤਵੇਤਾ ਹੈ। ਕੁਇੰਟਸ ਕਰਟੀਅਸ ਇੱਕ ਉਪਨਿਆਸ ਲੇਖਕ ਤੋਂ ਜਰਾ ਕੁ ਅੱਗੇ ਹੈ। ਇਹ ਉਹਨਾਂ 5 ਇਤਿਹਾਸਕਾਰਾਂ ਸਿਕੰਦਰ ਦਿਆਂ ਚੋਂ ਇੱਕ ਹੈ ਜਿਸ ਉੱਤੇ ਯਥਾਰਥ ਅਤੇ ਸੱਚ ਤੋਂ ਬਹੁਤ ਦੂਰ ਚਲੇ ਜਾਣ ਦੀ ਤੌਮਤ ਲਾਈ ਜਾ ਸਕਦੀ ਹੈ। ਸਿਕੰਦਰ ਦੇ ਇਤਿਹਾਸਕਾਰਾਂ ਚੋਂ ਕਾਲਥਿਨਸ ਕਾਫੀ ਮਹੱਤਵਪੂਰਨ ਹੈ। ਇਹ ਨਿਰਪੱਖ, ਆਜ਼ਾਦ ਅਤੇ ਜ਼ਿੱਦੀ ਕਿਸਮ ਦਾ ਆਦਮੀ ਸੀ ਜੋ ਬਿਨਾਂ ਕਿਸੇ ਪਰਦੇ ਅਤੇ ਝੂਠ ਦੇ ਸੱਚ ਲਿਖ ਦਿੰਦਾ ਸੀ। ਇਹ ਸਿਕੰਦਰ ਦੇ ਨਾਲ ਆਇਆ ਸੀ। ਸਿਕੰਦਰ ਨੂੰ ਇਸ ਦਾ ਸੱਚ ਅਤੇ ਸਾਫ਼ ਗੋਈ ਪਸੰਦ ਨਹੀਂ ਆਈ। ਨਤੀਜੇ ਵਜੋਂ ਸਿਕੰਦਰ ਨੇ ਉਸ ਉੱਤੇ ਝੂਠਾ ਇਲਜ਼ਾਮ ਲਾ ਕੇ ਕੈਦ ਕਰ ਲਿਆ ਅਤੇ ਬਹੁਤ ਤਸੀਹੇ ਦਿੱਤੇ। ਅਮਰੀਕਾ ਦੀ ਪੈਨਸਿਲਵਾਨੀਆ ਯੂਨੀਵਰਸਿਟੀ ਦੇ ਇੱਕ ਵਿਖਿਆਤ ਇਤਿਹਾਸਕਾਰ ਸਿਕੰਦਰ ਦੇ ਜੀਵਨ ਬਾਰੇ ਭਰਪੂਰ ਖੋਜ ਕਰਨ ਤੋਂ ਬਾਅਦ ਜਿਸ ਨਤੀਜੇ ਤੇ ਪਹੁੰਚਿਆ ਹੈ ਉਹ ਉਸ ਦੇ ਸ਼ਬਦਾਂ 'ਚ ਇਸ ਤਰ੍ਹਾਂ ਹੈ, ਅਲੈਗਜ਼ੈਂਡਰ ਵਾਜ਼ ਡਿਫੀਟਡ ਬਾਈ ਫੋਰਸ ਔਨ ਦਾ ਬੈਂਕ ਆਫ ਦਾ ਜੇਹਲਮ, ਨਾਓ ਇਨ ਮੀਰਪੁਰ ਡਿਸਟ੍ਰਿਕਟ ਪੌਕ। Alexander sought forgiveness, which was graciously granted by Porus. Then Alexander added Porus and occupied some area in India, now in Pakistan. It is only the Greek historians who turned defeat into historic victory. It remains a fact that Ambi, the king of Taxila, had surrendered to Alexander. Ambi was a sworn enemy of Porus, and surrender was a trick to seek his assistance to defeat Porus. ਪੱਛਮੀ ਯੂਰਪੀ ਇਤਿਹਾਸਕਾਰ ਸਿਕੰਦਰ ਨੂੰ ਇੱਕ ਸੁਚੱਜਾ ਵਿਦਵਾਨ, ਦਿਆਲੂ ਅਤੇ ਖੁੱਲ੍ਹਦਿਲਾ ਇਨਸਾਨ ਦੱਸਦੇ ਹਨ। ਇਸ ਧਾਰਨਾ ਨੂੰ ਨਕਾਰਨ ਵਾਲੀ ਅਤੇ ਉਸ ਦੇ ਚਰਿੱਤਰ ਨੂੰ ਦਰਸਾਉਣ ਵਾਲੀ ਸਭ ਤੋਂ ਪਹਿਲੀ ਘਟਨਾ ਇਹ ਕਿ ਯੂਨਾਨ ਦੀਆਂ ਨਗਰ ਰਿਆਸਤਾਂ ਨੂੰ ਆਪਣੇ ਅਧੀਨ ਲਿਆਉਣ ਦੇ ਸਮੇਂ ਜਦ ਥੇਬਸ ਦੀ ਨਗਰ ਰਿਆਸਤ ਨੇ ਉਸ ਦੀ ਅਧੀਨਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਸਿਕੰਦਰ ਨੇ ਉਸ ਨੂੰ ਫਤਿਹ ਕਰਕੇ ਨਾ ਸਿਰਫ ਹਰ ਨਗਰ ਵਾਸੀ ਨੂੰ ਕਤਲ ਕਰ ਦਿੱਤਾ ਬਲਕਿ ਬੇਬਸ ਦੀਆਂ ਖੂਬਸੂਰਤ ਇਮਾਰਤਾਂ, ਬੁੱਤਾਂ ਨੂੰ ਤੋੜ ਕੇ ਧਰਤੀ ਨਾਲ ਮਿਲਾ ਦਿੱਤਾ ਜਾਂ ਸਮੁੰਦਰ 'ਚ ਵਹਾ ਦਿੱਤਾ। ਫਾਰਸ ਦੇ ਸਮਰਾਟ ਦਾਰਾ ਤੀਜੇ ਨੂੰ ਹਰਾਉਣ ਤੋਂ ਬਾਅਦ ਵੀ ਇਸ ਨੇ ਫਾਰਸ ਦੀ ਅਤ ਖੂਬਸੂਰਤ ਰਾਜਧਾਨੀ ਪਰਸੀਪੁਲਸ ਨੂੰ ਸਾੜ ਕੇ ਸਵਾਹ ਕਰ ਦਿੱਤਾ ਸੀ। ਤਕਰੀਬਨ ਇਹੋ ਕੁਝ ਇਸ ਨੇ ਅਫਗਾਨਿਸਤਾਨ ਦੇ ਕਈ ਕਬੀਲਿਆਂ ਅਤੇ ਪੰਜਾਬ ਦੇ ਜਨਪਦਾਂ ਨਾਲ ਕੀਤਾ। ਫਾਰਸ ਦੇ ਇਤਿਹਾਸਕਾਰ ਸਿਕੰਦਰ ਨੂੰ ਇੱਕ ਸ਼ੈਤਾਨ ਦਾ ਖਿਤਾਬ ਦਿੰਦੇ ਹਨ। ਇਹ ਕੁਝ ਬਿਆਨ ਕਰਨ ਦਾ ਭਾਵ ਹੈ ਕਿ ਨਾ ਸਿਰਫ ਸਿਕੰਦਰ ਹੀ ਇਸ ਤਰ੍ਹਾਂ ਦਾ ਝੂਠਾ, ਸ਼ੇਖੀਖੋਰਾ ਅਤੇ ਲੁਟੇਰਾ ਸੀ ਬਲਕਿ ਤਕਰੀਬਨ ਹਰ ਜੇਤੂ ਸੈਨਾਪਤੀ, ਸਮਰਾਟ ਵਾਸਤਵ ਤੌਰ ਤੇ ਮੰਦ ਬੁੱਧੀ ਵਾਲੇ ਲੋਕਾਂ ਨੂੰ ਆਪਣੇ ਮੰਤਵ ਲਈ ਇਸਤੇਮਾਲ ਕਰਨ ਵਾਲਾ ਲੁਟੇਰਾ, ਕਾਤਲ ਅਤੇ ਐਸ਼ਪ੍ਰਸਤ ਹੁੰਦਾ ਹੈ ਜੋ ਆਪਣੀਆਂ ਕਾਮਯਾਬੀਆਂ, ਕੁਝ ਵੱਖਰੀਆਂ ਖੂਬੀਆਂ ਅਤੇ ਚਾਪਲੂਸ ਇਤਿਹਾਸਕਾਰਾਂ ਦੀ ਸਹਾਇਤਾ ਨਾਲ ਆਉਣ ਵਾਲੀਆਂ ਪੀੜ੍ਹੀਆਂ ਲੋਕਾਂ ਉੱਤੇ ਆਪਣੇ ਸਮਰਾਟ, ਮਹਾਨ ਦੇਵਤਾ ਸਰੂਪ, ਯੁੱਗ ਪੁਰਸ਼ ਹੋਣ ਦਾ ਪ੍ਰਭਾਵ ਪਾ ਜਾਂਦਾ ਹੈ। ਨਿਰਪੱਖ ਹੋ ਕੇ ਸੋਚਣਾ ਜਾਂ ਲਿਖਣਾ ਕਿਸੇ ਵੀ ਇਤਿਹਾਸਕਾਰ, ਲੇਖਕ ਜਾਂ ਵਿਅਕਤੀ ਵਾਸਤੇ ਤਕਰੀਬਨ ਅਸੰਭਵ ਹੈ। ਸਾਡਾ ਧਰਮ, ਸਾਡੇ ਸੰਸਕਾਰ
ਸਾਨੂੰ ਸੁਤੰਤਰ ਤੌਰ ਤੇ ਸੋਚਣ ਸਮਝਣ ਹੀ ਨਹੀਂ ਦਿੰਦੇ। ਇੱਕ ਆਦਮੀ ਦਾ ਮਹਾਨਾਇਕ, ਦੂਜੇ ਲਈ ਖਲਨਾਇਕ, ਇੱਕ ਲਈ ਦੇਵਤਾ, ਦੂਜੇ ਲਈ ਸ਼ੈਤਾਨ। ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਔਰੰਗਜ਼ੇਬ ਸਾਡੇ ਹਿੰਦੂਆਂ ਸਿੱਖਾਂ ਲਈ ਸ਼ੈਤਾਨ, ਲੁਟੇਰੇ, ਮੁਸਲਮਾਨਾਂ ਲਈ ਮਹਾਨਾਇਕ। ਲਾਰਡ ਕਲਾਈਵ, ਲਾਰਡ ਡਲਹੌਜੀ ਸਾਡੇ ਲਈ ਖਲਨਾਇਕ, ਅੰਗਰੇਜ਼ਾਂ ਲਈ ਪੂਜਣਯੋਗ। ਇਸੇ ਤਰ੍ਹਾਂ ਬੰਦਾ ਬਹਾਦਰ ਇੱਕ ਮਹਾਨ ਯੋਧਾ, ਮੁਸਲਮਾਨਾਂ ਲਈ ਇੱਕ ਜ਼ਾਲਮ ਕਾਫਰ। ਜ਼ੋਰਾਵਰ ਸਿੰਘ ਸਾਡੇ ਲਈ ਇੱਕ ਮਹਾਨ ਜੇਤੂ ਜਰਨੈਲ ਅਤੇ ਲਾਹੌਲ ਸਪੀਤੀ ਜਾਂ ਤਿੱਬਤ ਦੇ ਲੋਕਾਂ ਲਈ ਇੱਕ ਜ਼ਾਲਮ ਲੁਟੇਰਾ। ਵਾਸਤਵਿਕਤਾ ਸੱਚ ਤੱਕ ਪਹੁੰਚ ਪਾਉਣਾ ਆਦਮੀ ਲਈ ਬਹੁਤ ਕਠਿਨ ਹੈ, ਚਾਹੇ ਉਹ ਸਧਾਰਨ ਆਦਮੀ ਹੋਵੇ, ਚਾਹੇ ਕੋਈ ਗਿਆਨੀ ਵਿਦਵਾਨ ਅਤੇ ਚਾਹੇ ਇਤਿਹਾਸਕਾਰ। ਹਵਾਲਾ ਪੁਸਤਕ ਭਾਰਤੀ ਇਤਿਹਾਸ ਮਿਥਿਹਾਸ, ਮਨਮੋਹਨ ਸਿੰਘ ਬਾਵਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।